प्यार नाल लखो। वाहिगुरु जी का खालसा, वाहिगुरु जी की फतेह। साध संगत जीओ, अजोके समय ਦੇ ਵਿੱਚ ਜਦੋਂ ਕਰੋਨਾ ਮਹਾਮਾਰੀ ਨੇ ਸਮੁੱਚੇ ਸੰਸਾਰ ਦੇ ਵਿੱਚ ਆਪਣਾ ਪ੍ਰਭਾਵ ਪਾਇਆ ਹੋਇਆ ਹੈ ਔਰ ਅਸੀਂ ਵੇਖ ਰਹੇ ਹਾਂ ਕਿ ਸੰਸਾਰ ਭਰ ਦੇ ਵਿੱਚ ਵੱਖ-ਵੱਖ ਜਿਤਨੇ ਵੀ ਦੇਸ਼ ਹਨ, ਮੁਲਕ ਹਨ, ਉਹਨਾਂ ਦੇ ਵਿੱਚ ਤਾਲਾਬੰਦੀ ਦਾ ਸਮਾਂ ਚੱਲ ਰਿਹਾ ਹੈ। ਸੰਗਤਾਂ ਗੁਰੂ ਘਰ ਵਿੱਚ ਆਉਣ ਤੋਂ ਅਸਮਰੱਥ ਪ੍ਰਤੀਤ ਹੋ ਰਹੀਆਂ ਹਨ। ਆਪਣੇ ਘਰਾਂ ਦੇ ਵਿੱਚ ਹੀ ਸੰਗਤਾਂ ਗੁਰਬਾਣੀ ਦਾ ਲਾਹਾ ਲੈਂਦੀਆਂ ਹਨ। ਸੋ ਇਸੇ ਹੀ ਸਮੇਂ ਨੂੰ ਸੋਚਦੇ ਔਰ ਵਿਚਾਰਦੇ ਹੋਏ ਔਰ ਬਹੁਤ ਸਾਰੀਆਂ ਸੰਗਤਾਂ ਦੇ ਹੁਕਮ ਦੇ ਨਾਲ ਅੱਜ ਤੋਂ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਸਹਸਕ੍ਰਿਤੀ ਮਹੱਲਾ ਪੰਜਵਾ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1353 ਤੇ ਆਰੰਭ ਹੁੰਦੇ ਹਨ, ਜਿਨ੍ਹਾਂ ਸ਼ਲੋਕਾਂ ਦੀ ਕੁੱਲ ਗਿਣਤੀ 67 ਹੈ। 67 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਇਹ ਪ੍ਰਾਪਤ ਹੁੰਦੇ ਹਨ। ਅੱਜ ਤੋਂ ਫੇਸਬੁੱਕ ਦੇ ਉੱਤੇ ਇਹਨਾਂ ਸ਼ਲੋਕਾਂ ਦੀ ਅਰਥਬੋਧ ਸੰਥਿਆ ਆਪ ਜੀ ਦੇ ਨਾਲ ਦਾਸ ਸਾਂਝੀ ਕਰਨ ਦਾ ਯਤਨ ਕਰੇਗਾ। ਮੈਂ ਆਸ ਕਰਦਾ ਹਾਂ ਕਿ ਆਪ ਜੀ ਜਿੱਥੇ ਆਪ ਇਸ ਅਰਥਬੋਧ ਸੰਥਿਆ ਦੇ ਨਾਲ ਜੁੜੋਗੇ, ਉੱਥੇ ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਜੋ ਕਿ ਗੁਰਬਾਣੀ ਨੂੰ ਪੜ੍ਹਨ ਔਰ ਸਮਝਣ ਦੀ ਜਿਗਿਆਸਾ ਰੱਖਦੇ ਹਨ, ਉਹਨਾਂ ਨੂੰ ਵੀ ਨਾਲ ਜੋੜਨ ਦਾ ਯਤਨ ਕਰੋਗੇ। ਤਾਂ ਆਓ ਜੀ, ਇਸ ਅਰਥਬੋਧ ਸੰਥਿਆ ਦੀ ਅਸੀਂ ਆਰੰਭਤਾ ਕਰੀਏ। ਆਪ ਜੀ ਘਰਾਂ ਦੇ ਵਿੱਚ ਜਿਤਨੇ ਪ੍ਰੇਮੀ ਇਸ ਸਮੇਂ ਲਾਈਵ ਜੁੜ ਚੁੱਕੇ ਹੋ, ਆਪ ਜੀ ਨੂੰ 2-3 ਬੇਨਤੀਆਂ ਮੈਂ ਕਰ ਦੇਵਾਂ। ਜਿਨ੍ਹਾਂ ਦੇ ਕੋਲ ਘਰੇ ਸੈਂਚੀਆਂ ਹਨ, ਉਹ ਆਪਣੇ ਕੋਲ ਸੈਂਚੀਆਂ ਰੱਖ ਲੈਣ, ਆਪਣਾ ਸਿਰ ਢੱਕ ਲੈਣ ਔਰ ਸੁਚੇਤ ਹੋ ਕੇ, ਬਿਲਕੁਲ ਚੌਂਕੜਾ ਮਾਰ ਕੇ ਸੁਚੇਤ ਹੋ ਕੇ ਬੈਠਣ ਔਰ ਇਸ ਸੰਥਿਆ ਦੇ ਵੱਲ ਧਿਆਨ ਦੇਣ। ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਸੈਂਚੀਆਂ ਨਹੀਂ ਹਨ, ਉਹ ਕਾਪੀ ਪੈਨਸਿਲ ਆਪਣੇ ਕੋਲ ਤਿਆਰ ਰੱਖਣ, ਕਿਉਂਕਿ ਬਹੁਤ ਸਾਰੇ ਨੁਕਤੇ ਇਹਨਾਂ ਸ਼ਲੋਕਾਂ ਦੇ ਸਮਝਣ ਵਾਲੇ ਹਨ ਔਰ ਸੰਗਤ ਵਿੱਚ ਅਕਸਰ ਇਹ ਵੇਖਣ ਵਿੱਚ ਆਉਂਦਾ ਹੈ ਕਿ ਇੱਥੇ ਇਹਨਾਂ ਸ਼ਲੋਕਾਂ ਨੂੰ ਪੜ੍ਹਨ ਲੱਗਿਆਂ ਬਹੁਤ ਸਾਰੀ ਸੰਗਤ ਨੂੰ ਉਚਾਰਨ ਦੀ, ਵਿਸ਼ਰਾਮਾਂ ਦੀ ਕਠਿਨਾਈ ਪ੍ਰਤੀਤ ਹੁੰਦੀ ਹੈ। ਤੋ ਇਸੇ ਹੀ ਕਠਿਨਾਈ ਨੂੰ ਅਸੀਂ ਆਓ ਵਿਚਾਰ ਰਾਹੀਂ ਦੂਰ ਕਰਨ ਦਾ ਯਤਨ ਕਰੀਏ। ਗੁਰਬਾਣੀ ਦੀ ਇੱਕ ਖਾਸੀਅਤ ਹੈ ਕਿ ਗੁਰਬਾਣੀ ਦੇ ਨਾਲ ਕੋਈ ਜਿਤਨੀ ਸ਼ਿੱਦਤ ਨਾਲ, ਜਿਤਨੀ ਭਾਵਨਾ ਦੇ ਨਾਲ ਜੁੜੇਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆਪ ਹੀ ਵਿਚਾਰ ਰੂਪ ਨੂੰ ਅੱਗੇ ਮਾਰਗ ਦੱਸਣ ਲੱਗ ਪਵੇਗੀ। ਤੋ ਮੈਂ ਜ਼ਿਆਦਾ ਸਮਾਂ ਇਹਨਾਂ ਵਿਚਾਰਾਂ ਵੱਲ ਨਾ ਲਾਵਾਂ। ਅਦਬ ਔਰ ਸਤਿਕਾਰ ਸਹਿਤ ਆਓ ਇੱਕ ਵਾਰ ਭਾਵਨਾ ਦੇ ਨਾਲ ਮੂਲ ਮੰਤਰ ਦਾ ਅਸੀਂ ਪਾਠ ਕਰੀਏ। ਸੰਗਤਾਂ ਨੂੰ ਮੈਂ ਫਿਰ ਬੇਨਤੀ ਕਰਾਂ, ਚੌਕੜੇ ਮਾਰ ਕੇ ਘਰਾਂ ਦੇ ਵਿੱਚ ਸਿਰ ਢੱਕ ਕੇ, ਹੱਥ ਪੈਰ ਸੁੱਚੇ ਕਰਕੇ ਆਪ ਜੀ ਨੇ ਬਹਿਣਾ ਹੈ, ਇਸੇ ਤਰ੍ਹਾਂ ਜਿਵੇਂ ਅਸੀਂ ਸਤਸੰਗ ਵਿੱਚ ਬੈਠਦੇ ਹਾਂ, ਕਿਉਂਕਿ ਇਹ ਵੀ ਸਤਸੰਗ ਹੈ। ਤਾਂ ਆਓ ਜੀ ਆਰੰਭਤਾ ਕਰੀਏ। ਸਭ ਤੋਂ ਪਹਿਲਾਂ ਮੂਲ ਮੰਤਰ ਦੀ ਅਸੀਂ ਆਰੰਭਤਾ ਕਰਾਂਗੇ, ਮੂਲ ਮੰਤਰ ਪੜ੍ਹਾਂਗੇ, ਫਿਰ ਇਹਨਾਂ ਵਿਚਾਰਾਂ ਨੂੰ ਅਸੀਂ ਆਰੰਭ ਕਰ ਦੇਵਾਂਗੇ। ਇਕਾਗਰਤਾ ਦੇ ਨਾਲ ਆਪ ਜੀ ਵੀ ਨਾਲ ਨਾਲ ਜਪੋ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜਿਵੇਂ ਇਹਨਾਂ ਸ਼ਲੋਕਾਂ ਦਾ ਸਿਰਲੇਖ ਅਸੀਂ ਪੜ੍ਹਦੇ ਹਾਂ, ਸ਼ਲੋਕ ਸਹਸਕ੍ਰਿਤੀ। ਸਹਸਕ੍ਰਿਤੀ ਇੱਕ ਪ੍ਰਾਕ੍ਰਿਤ ਬੋਲੀ ਹੈ, ਮਿਸ਼ਰਤ ਬੋਲੀ, ਜਿਹਦੇ ਵਿੱਚ ਕਈ ਹੋਰ ਬੋਲੀਆਂ ਦਾ ਮਿਸ਼ਰਣ ਹੈ। ਇਹਦੇ ਵਿੱਚ ਸੰਸਕ੍ਰਿਤ ਦੇ ਵੀ ਸ਼ਬਦ ਆਉਣਗੇ, ਇਹਦੇ ਵਿੱਚ ਪਾਲੀ ਦੇ ਵੀ ਸ਼ਬਦ ਆਉਣਗੇ, ਹੋਰ ਬੋਲੀਆਂ ਦੇ ਵੀ ਸ਼ਬਦ ਆਉਣਗੇ। ਇੱਕ ਪ੍ਰਾਕ੍ਰਿਤ ਬੋਲੀ ਹੈ ਜਿਹੜੀ ਸਮੇਂ ਦੇ ਗੁਜ਼ਰਨ ਦੇ ਨਾਲ ਆਪਣੇ ਆਪ ਹੀ ਹੋਂਦ ਵਿੱਚ ਆ ਗਈ। ਸੰਸਕ੍ਰਿਤ ਔਰ ਸਹਸਕ੍ਰਿਤੀ ਦੇ ਵਿੱਚ ਇੱਕ ਬੜਾ ਵੱਡਾ ਫਰਕ ਹੈ ਕਿ ਸੰਸਕ੍ਰਿਤ ਦੀ ਆਪਣੀ ਅਲੱਗ ਵਿਆਕਰਣ ਹੈ। ਉਹਨੂੰ ਸਮਝਣ ਵਾਸਤੇ ਸੰਸਕ੍ਰਿਤ ਦੇ ਵਿਆਕਰਣ ਦੇ ਨਿਯਮਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜੋ ਅਸੀਂ ਵੇਖਦੇ ਹਾਂ ਕਿ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਗ੍ਰੰਥ ਇਹ ਆਮ ਬੰਦੇ ਦੀ ਪਹੁੰਚ ਤੋਂ ਸਦਾ ਤੋਂ ਹੀ ਬਾਹਰ ਰਹੇ ਹਨ। ਆਮ ਮਨੁੱਖ ਸੰਸਕ੍ਰਿਤ ਦਾ ਗਿਆਤਾ ਨਹੀਂ ਬਣ ਸਕਦਾ। ਬੜੀ ਔਖੀ ਜਿਹੀ ਬੋਲੀ ਹੈ। ਇਹਨੂੰ ਸਿੱਖਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ, ਇਹਨੂੰ ਆਮ ਲੋਕ ਬੋਲੀ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ। ਇਹਦੇ ਪਿੱਛੇ ਕਾਰਨ ਇਹ ਸੀ ਕਿ ਲੋਕੀ ਜਿਸ ਬੋਲੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦੇ ਹਨ, ਜਿਸ ਬੋਲੀ ਦੇ ਵਿੱਚ ਲੋਕੀ ਸੰਸਾਰ ਵਿੱਚ ਵਿਵਹਾਰ ਕਰਦੇ ਹਨ, ਜਿਹੜੀ ਬੋਲੀ ਲੋਕਾਂ ਦੇ ਜੀਵਨ ਦੇ ਵਿੱਚ ਪ੍ਰਚਲਿਤ ਹੈ, ਪਰਮਾਤਮਾ ਦਾ ਉਪਦੇਸ਼ ਵੀ ਜੇ ਉਸ ਬੋਲੀ ਦੇ ਵਿੱਚ ਦਿੱਤਾ ਜਾਵੇ ਤੇ ਮਨੁੱਖ ਸੁਖੈਨ ਢੰਗ ਦੇ ਨਾਲ ਉਸ ਉਪਦੇਸ਼ ਨੂੰ ਸੁਣੇਗਾ ਵੀ, ਸਮਝੇਗਾ ਵੀ ਔਰ ਉਸ ਉਪਦੇਸ਼ ਨੂੰ ਮੰਨਣ ਦਾ ਵੀ ਯਤਨ ਕਰੇਗਾ। ਇਹਨਾਂ ਸ਼ਲੋਕਾਂ ਦੀ ਆਰੰਭਤਾ ਮੰਗਲਾਚਰਨ ਤੋਂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਇੱਕ ਨਿਯਮ ਹੈ ਕਿ ਜਿਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕੋਈ ਨਵਾਂ ਰਾਗ, ਕੋਈ ਨਵਾਂ ਪ੍ਰਸੰਗ ਸ਼ੁਰੂ ਹੋਵੇ, ਨਵੇਂ ਘਰ ਤੋਂ ਇੱਥੋਂ ਤੱਕ ਬਾਣੀ ਸ਼ੁਰੂ ਹੋਵੇ ਤੇ ਸਤਿਗੁਰੂ ਜੀ ਉੱਥੇ ਮੰਗਲ ਦਰਜ ਕਰਦੇ ਹਨ। ਇਸ ਮੰਗਲ ਦੇ ਕਈ ਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਣਗੇ, ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਮੂਲ ਮੰਤਰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਵੱਖ-ਵੱਖ ਰੂਪ ਸਾਨੂੰ ਮੰਗਲ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਨ ਵਾਸਤੇ ਮਿਲਣਗੇ। ਅੱਜ ਜਿਸ ਬਾਣੀ ਦੀ ਆਰੰਭਤਾ ਅਸੀਂ ਕਰ ਰਹੇ ਹਾਂ ਅਰਥ ਰੂਪ ਦੇ ਵਿੱਚ, ਇਸ ਪਾਵਨ ਬਾਣੀ ਦੇ ਸਿਰਲੇਖ ਦੇ ਨਾਲ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਪੂਰਾ ਮੂਲ ਮੰਤਰ ਜੋੜਿਆ ਹੈ। ਤੋ ਆਓ ਸਿਰਲੇਖ ਤੇ ਉਹਦੇ ਨਾਲ ਜੋ ਮੰਗਲ ਦਰਜ ਹੈ ਇਹਦੀ ਵਿਚਾਰ ਅਸੀਂ ਕਰੀਏ। ਬਚਨ ਹਾਂਜੀ। ਸ਼ਲੋਕ ਸਹਸਕ੍ਰਿਤੀ ਮਹੱਲਾ ਪੰਜਵਾ। ਇਹ ਸ਼ਲੋਕ ਹਨ ਜਿਨ੍ਹਾਂ ਦੀ ਬੋਲੀ ਸਹਸਕ੍ਰਿਤ ਹੈ। ਸਹਸਕ੍ਰਿਤੀ ਸੰਸਕ੍ਰਿਤ ਨਹੀਂ, ਸਗੋਂ ਸਹਸਕ੍ਰਿਤੀ ਸੰਸਕ੍ਰਿਤ ਦਾ ਹੀ ਪ੍ਰਾਕ੍ਰਿਤ ਰੂਪ ਹੈ ਅਤੇ ਇਹ ਸਾਰੇ ਸ਼ਲੋਕ ਪ੍ਰਾਕ੍ਰਿਤ ਬੋਲੀ ਦੇ ਵਿੱਚ ਹਨ, ਜਿਵੇਂ ਮੈਂ ਆਰੰਭਤਾ ਕੀਤੀ ਸੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ, ਇਹਦਾ ਉਚਾਰਨ ਮੈਂ ਆਪ ਜੀ ਦੇ ਨਾਲ ਫਿਰ ਸਾਂਝਾ ਕਰਨਾ ਚਾਹਾਂਗਾ, ਕਿਉਂਕਿ ਮੈਂ ਆਪਣੇ ਪ੍ਰਚਾਰਕ ਜੀਵਨ ਦੇ ਵਿੱਚ ਸੈਂਕੜੇ ਲੋਕਾਂ ਨੂੰ ਇਸ ਸ਼ਬਦ ਦਾ ਉਚਾਰਨ ਗਲਤ ਕਰਦੇ ਹੋਏ ਸੁਣਿਆ ਹੈ। ਲੋਕੀ ਇਹਨੂੰ ਏਕ ਓਂਕਾਰ ਬੁਲਾ ਦਿੰਦੇ ਹਨ,
ਇੱਕ ਓਂਕਾਰ ਬੁਲਾ ਦਿੰਦੇ ਹਨ, ਏਕਮਕਾਰ ਬੁਲਾ ਦਿੰਦੇ ਹਨ। ਇਹ ਸਾਰੇ ਉਚਾਰਨ ਅਸ਼ੁੱਧ ਹਨ। ਇਹਨੂੰ ਆਪ ਜੀ ਨੇ 3 ਹਿੱਸਿਆਂ ਦੇ ਵਿੱਚ ਬੁਲਾਉਣ ਦਾ ਯਤਨ ਕਰਨਾ ਹੈ। ਇੱਕ ਤੇ ਅਸੀਂ ਸਾਰੇ ਹੀ ਬੁਲਾ ਸਕਦੇ ਹਾਂ, ਜਿਵੇਂ ਆਖਦੇ ਹਾਂ 1 2 3 4 1। ਉਹ ਜਿਹੜਾ ਹਿੰਦਸਿਆਂ ਵਾਲਾ ਏਕਾ ਲੱਗਿਆ ਹੋਇਆ ਹੈ ਉਹਨੂੰ ਤੇ ਇੱਕ ਬੁਲਾਉਣਾ ਹੈ। ਉਸ ਤੋਂ ਬਾਅਦ ਅਸਾਂ ਨੇ ਜੋ ਉਚਾਰਨ ਅੱਗੇ ਕਰਨਾ ਹੈ ਇਹਦੇ ਵਿੱਚ ਬੜਾ ਧਿਆਨ ਦੇਣਾ ਹੈ। ਜਿਵੇਂ ਅੰਗਰੇਜ਼ੀ ਦਾ ਉਹ ਹੁੰਦਾ ਹੈ ਉਹ, ਆਪ ਜੀ ਨੇ ਇਸੇ ਤਰ੍ਹਾਂ ਮੂੰਹ ਦੇ ਵਿੱਚੋਂ ਉਹ ਦੀ ਆਵਾਜ਼ ਕੱਢਣੀ ਹੈ। ਇੱਥੇ ਤੱਕ ਦਾ ਉਚਾਰਨ ਹੋ ਗਿਆ 1 ਓ। ਅੱਗੇ ਆਪ ਜੀ ਨੇ ਟਿੱਪੀ ਦਾ ਉਚਾਰਨ ਲੈ ਆਉਣਾ ਹੈ ਅੰਗ। ਇਹਨੂੰ ਅੰਗ ਨਹੀਂ ਪੜ੍ਹਨਾ ਗੱਗੇ ਦੇ ਨਾਲ, ਅੰਗ। ਤੇ ਇਸ ਤੋਂ ਬਾਅਦ ਕਾਰ। ਮੈਂ ਫਿਰ ਉਚਾਰਨ ਆਪ ਜੀ ਦੇ ਨਾਲ ਸਾਂਝਾ ਕਰਾਂ, 1 ਓਅੰਕਾਰ। ਇਹ 3 ਹਿੱਸਿਆਂ ਦੇ ਵਿੱਚ ਆਪ ਜੀ ਨੇ ਬੁਲਾਉਣਾ ਹੈ। ਆਪ ਜੀ ਜਿਹੜੇ ਲਾਈਵ ਦੇਖ ਰਹੇ ਹੋ, ਮੈਂ ਉਚਾਰਨ ਕਰਦਾ ਹਾਂ, ਆਪ ਜੀ ਆਪਣੇ ਘਰਾਂ ਦੇ ਵਿੱਚ ਹੀ ਦੇਖਦੇ ਦੇਖਦੇ ਪਿੱਛੇ ਪਿੱਛੇ ਬੋਲੋ ਤਾਂ ਕਿ ਸਾਡਾ ਅਭਿਆਸ ਹੋਵੇ। 1 ਓਅੰਕਾਰ। ਆਪ ਜੀ ਨੇ ਪਿੱਛੇ ਪਿੱਛੇ ਬੋਲਿਆ ਹੈ। ਮੈਂ ਫਿਰ ਉਚਾਰਨ ਕਰਦਾ ਹਾਂ। ਇਸ ਉਚਾਰਨ ਨੂੰ ਧਿਆਨ ਨਾਲ ਸਮਝੋ ਔਰ ਆਪਣੇ ਬੁੱਧੀ ਦੇ ਵਿੱਚ, ਆਪਣੇ ਮਨ ਵਿੱਚ ਇਸ ਉਚਾਰਨ ਨੂੰ ਬਿਠਾ ਲਵੋ, ਕਿਉਂਕਿ ਏਕਮਕਾਰ, ਇੱਕ ਓਂਕਾਰ, ਇੱਕ ਓਂਕਾਰ ਇਹ ਉਚਾਰਨ ਬਿਲਕੁਲ ਅਸ਼ੁੱਧ ਹਨ। ਮੈਂ ਫਿਰ ਉਚਾਰਨ ਕਰਦਾ ਹਾਂ। ਆਪ ਜੀ ਉਚਾਰਨ ਨੂੰ ਧਿਆਨ ਨਾਲ ਸੁਣੋ ਤੇ ਮੇਰੇ ਪਿੱਛੇ ਬੋਲਣ ਦਾ ਯਤਨ ਕਰੋ। 1 ਓਅੰਕਾਰ, 1 ਓਅੰਕਾਰ। ਉਮੀਦ ਕਰਦਾ ਹਾਂ ਆਪ ਜੀ ਨੇ ਇਹ ਉਚਾਰਨ ਹੁਣ ਸਿੱਖ ਲਿਆ ਹੋਵੇਗਾ। ਨਹੀਂ ਤੇ ਆਪ ਜੀ ਇਸ ਵੀਡੀਓ ਨੂੰ ਦੁਬਾਰਾ ਵੇਖ ਕੇ ਤੇ ਇਤਨੇ ਹਿੱਸੇ ਨੂੰ ਰੀਪਲੇ ਕਰਕੇ ਆਪ ਜੀ ਇਸ ਉਚਾਰਨ ਨੂੰ ਪਕਾ ਲਿਓ। ਹੁਣ ਇਸ ਮੰਗਲ ਦਾ ਅਰਥ ਕੀ ਹੈ? ਸਤਿਗੁਰੂ ਜੀ ਜਦੋਂ ਵੀ ਨਵੀਂ ਬਾਣੀ, ਨਵਾਂ ਰਾਗ ਸ਼ੁਰੂ ਕਰਦੇ ਹਨ ਤੇ ਆਪਣੇ ਉਸ ਇਸ਼ਟ ਦੇ ਗੁਣਾਂ ਦਾ ਵਰਣਨ ਕਰਦੇ ਹਨ। ਬਈ ਜਿਸ ਰੱਬ ਦੀ ਅਸੀਂ ਉਪਾਸਨਾ ਕਰ ਰਹੇ ਹਾਂ, ਜਿਸ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦਾ, ਜਿਸ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਖਸ਼ਿਆ ਗਿਆ ਹੈ, ਉਹ ਪਰਮਾਤਮਾ ਆਖਿਰ ਹੈ ਕੈਸਾ? ਸਤਿਗੁਰੂ ਜੀ ਨੇ ਉਹਦੀ ਹਸਤੀ ਦੇ ਬਾਰੇ ਸਭ ਤੋਂ ਪਹਿਲਾ ਗੁਣ ਲਿਆ ਕਿ ਪਰਮਾਤਮਾ ਇੱਕ ਹੈ, ਇੱਕ। ਉਹਦੇ ਵਰਗਾ ਕੋਈ ਦੂਜਾ ਨਹੀਂ, ਉਹ ਵਾਹਿਦ ਹੈ। ਅਸੀਂ ਸਵਈਏ ਪੜਾਂਗੇ, ਉਹਨਾਂ ਵਿੱਚ ਇੱਕ ਸ਼ਬਦ ਆਏਗਾ, ਆਪਨ ਸਰਸ ਕੀਓ ਨਾ ਜਗਤਰ ਕੋਈ। ਕਿ ਰੱਬ ਨੇ ਆਪਣੇ ਵਰਗਾ, ਆਪਣੇ ਬਰਾਬਰੀ ਦਾ ਕੋਈ ਹੋਰ ਸੰਸਾਰ ਵਿੱਚ ਨਹੀਂ ਕੀਤਾ। ਉਹਦੇ ਵਰਗਾ ਉਹ ਆਪ ਹੀ ਹੈ। ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਕੋਈ ਉਸ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ਜਾਂ ਉਹਦੇ ਵਰਗਾ ਨਹੀਂ ਹੋ ਸਕਦਾ। ਹਾਂ, ਇੱਕ ਵੱਖਰੀ ਗੱਲ ਹੈ ਕਿ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਕਿ ਇਹ ਜੀਵ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦੇ ਵਿੱਚ ਇੰਜ ਲੀਨ ਹੋ ਸਕਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਜਾਵੇ। ਤੋ ਸਤਿਗੁਰੂ ਜੀ ਨੇ ਆਪਣੇ ਇਸ਼ਟ ਦਾ ਮੰਗਲ ਗਾਉਂਦੇ ਹੋਏ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਹਸਤੀ ਦਾ ਵਰਣਨ ਕੀਤਾ। ਸਤਿਗੁਰੂ ਜੀ ਆਖਦੇ, ਮੇਰਾ ਜੋ ਇਸ਼ਟ ਹੈ, ਜੋ ਅਕਾਲ ਪੁਰਖ ਹੈ, ਉਹ ਇੱਕ ਹੈ, ਇੱਕ ਓਅੰਕਾਰ। ਉਹ ਪਰਮਾਤਮਾ ਉਤਪਤੀ ਵੀ ਕਰਦਾ ਹੈ, ਪਾਲਦਾ ਵੀ ਹੈ ਤੇ ਵਿਨਾਸ਼ ਵੀ ਕਰਦਾ ਹੈ। ਤੇ ਉਹ ਪਰਮਾਤਮਾ ਇਸ ਜਗਤ ਦੇ ਵਿੱਚ ਇੱਕ ਰਸ ਵਿਆਪਕ ਹੈ, ਇੱਕ ਰਸ ਲਗਾਤਾਰ ਪਰਮਾਤਮਾ ਇਸ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ ਹੈ। ਸਤਨਾਮ, ਉਸ ਪਰਮਾਤਮਾ ਦਾ ਨਾਮ ਸਤ ਹੈ। ਸਤ ਦਾ ਅਰਥ ਕੀ ਹੈ? ਜੋ ਹੋਂਦ ਵਾਲਾ ਹੈ, ਜੋ ਸਦੀਵੀ ਹੈ, ਜੋ ਸਦਾ ਰਹਿਣ ਵਾਲਾ ਹੈ। ਆਪ ਜੀ ਵੇਖੋ, ਸੰਸਾਰ ਦੇ ਵਿੱਚ ਸਾਡੇ ਵੱਡੇ ਵਡੇਰੇ ਹੋਏ, ਸਾਡੇ ਤੋਂ ਬਾਅਦ ਵੀ ਸਾਡੇ ਪਰਿਵਾਰ ਵਿੱਚ ਪਤਾ ਨਹੀਂ ਕਿਤਨੀਆਂ ਨਸਲਾਂ ਆਉਣਗੀਆਂ, ਪਰੰਤੂ ਅਸੀਂ ਜੇ ਅੱਜ ਰਿਕਾਲ ਕਰੀਏ, ਸਾਨੂੰ ਸਾਡੇ ਪਿਤਾ ਦਾ ਨਾਮ ਯਾਦ ਹੈ, ਉਹਨਾਂ ਦੇ ਪਿਤਾ ਦਾ ਨਾਮ ਯਾਦ ਹੈ। ਹੋ ਸਕਦਾ ਹੈ ਉਹਨਾਂ ਦੇ ਵੀ ਪਿਤਾ ਦਾ ਨਾਮ ਯਾਦ ਹੋਵੇ, ਪਰ 3 4 5 ਪੁਸ਼ਤਾਂ ਪਿੱਛੇ ਚਲੇ ਜਾਵੋ, ਅਸੀਂ ਆਪਣੇ ਵੱਡਿਆਂ ਦਾ ਨਾਮ ਤੱਕ ਨਹੀਂ
याद रखते, सानू नाम भुल जाता है। ਇਹਦਾ अर्थ की सी बई जदों तक वो संसार विच सन, किसे वेले उन्हां दा नाम, उन्हां दा नामना संसार विच बहुत सी। लोग जानते सन उन्हां नूं उन्हां दे नाम दे नाल। उन्हां दे जाण तो बाद भी 2, 3, 4 पीढ़ियां तक नाम लिया, लेकिन अज उन्हां दा नाम किसे नूं याद भी नहीं। ये हालत है साडे सारियां दी, मनुखां दी, जीवां दी। पर जद गल परमात्मा दी आवे, जद गल रब दी आवे, ते रब दा नाम त्रैकाल सत है। काल नहीं भी होवेगा ते परमात्मा ते तावी सच होवेगा। सतनाम, उहदा नाम सदा सत है, सदा रहन वाला है। करता, हुण करता तो बाद रुकना है। असीं करता पुरख इकट्ठा पढ़ जाते हाँ। विद्वानां दा इह मत है कि करता तो बाद जे रुक जाइए, ठहराव दे दईए, तो इसका अर्थ बन जाएगा कि परमात्मा क्रिएटर है, बनाउण वाला है, साजण वाला है, जिन्हों रचनहार किया गया है। सारी रचना उस परमात्मा ने आप पैदा की थी, आप बनाई। पुरख, पुरख है वो। पुरख का अर्थ की है जो हर पुर दे विच वसिया होया है। पुर वसंती सा पुरखा, जो हर पुरख, हर पुर दे विच भाव सारी सृष्टि दे विच जो रमिया होया है, जो सर्व व्यापक है। आ वेखो, ऐसा तो नहीं ना असीं केवल मंदिर विच या गुरुद्वारे दे विच ही परमात्मा नूं सिमर सकते हाँ। दुनिया के किसी कोने विच तुसीं चले जावो, उत्थे ही परमात्मा मौजूद है। इस ब्रह्मंड दे विच किधरे भी चले जाइए, उत्थे परमात्मा का अस्तित्व है। उस अस्तित्व नूं पुरख किया जाता है। निरभाओ, परमात्मा निरभाओ है। निरभाओ का तात्पर्य की है? भाओ कहते हैं डर नूं। आ वेखो, असीं डरदे हाँ ना सारे। कोई इस करके डरदा है कि उहदे सिर दे उत्ते कोई वड्डा है, कोई इस करके डरदा है कि उहदे कोल धन नहीं, कोई इस करके डरदा है कि मेरा मान ना भंग हो जावे। हर मनुख किसी न किसी रूप दे विच, किसी न किसी डर दे विच जी रहा है। पर परमात्मा निरभाव है। परमात्मा किसी भी डर दे अधीन नहीं। परमात्मा दे उत्ते कोई डर हावी नहीं हो सकता। निर्वैर, परमात्मा वैर तो रहत है। ਉਹਦੇ अंदर किसी दे लिए भी वैर नहीं। वो सारिਆਂ ਨੂੰ प्यार करने वाला है। अकाल मूरत, परमात्मा की जो मूरत है, भाव परमात्मा की जो हस्ती है, वो अकाल है। अकाल तो भाव कि परमात्मा के उत्ते समय का प्रभाव नहीं पैंदा, समय का असर नहीं है परमात्मा के उत्ते। अजूनी, इत्थे भी एक विश्राम देना। असी अजूनी सैभंग इकट्ठा पढ़ जाते हाँ, लेकिन अजूनी तो बाद असा ने रुकना है। अजूनी, अजूनी का अर्थ की है कि परमात्मा जूनिया दे विच नहीं आउंदा। असी जून विच आए हाँ, लेकिन परमात्मा जूनिया विच नहीं आउंदा। सैभंग, सैभंग, इत्थे मैं उच्चारण की एक बेनती जरूर तुहाडे नाल सांझी करनी चाहांगा। इनू सैभंग नहीं पढ़ना। बहुते लोग जदों इहदा उच्चारण करते हैं, सुनिया है कईयां नूं पढ़ते हुए, ये उच्चारण बिल्कुल अशुद्ध है। सैभंग, भंग जिवें अंगूर पढ़ते हाँ, अंग की आवाज़ आउंदी है, इसे तरह सैभंग। परमात्मा सैभंग है, भाव स्वयंभू है। स्वयंभू सैभंग, जिदा प्रकाश अपने आप तो होवे। ਇਹਦਾ तात्पर्य ਇਹ ਹੋਇਆ कि परमात्मा ਨੂੰ प्रगट होने वास्ते, ਉਹਦੇ प्रकाश ਦੇ वास्ते माता ਤੇ पिता ਦੇ संयोग की जरूरत नहीं। जे साड़ी होंद संसार ਦੇ ਵਿੱਚ कायम है, सानू ਇਹ शरीर मिलिया, तो इस शरीर की उत्पत्ति माता ते पिता के संयोग करके हुई। लेकिन परमात्मा का प्रकाश, परमात्मा प्रगट होंदा है अपने आप तो। आप पढ़ते हो ना, थापिया ना जाए कीता ना होए, फिर रब अकाल पुरख किवें प्रगट होया, आपे आप निरंजन सोए। उन्होंने कोई थाप नहीं सकता, उन्होंने कोई बना नहीं सकता, उन्होंने कोई पैदा नहीं कर सकता। वो तो अपनी मौज दे विच
आप ही अपने आप तो प्रकाशमान होंदा है। गुर प्रसाद, इस शब्द का भी उच्चारण गुर प्रसाद करना है, इनू प्रसाद नहीं पढ़ना और प्रसाद भी नहीं पढ़ना। प्रसाद पप्पे दे पैर दे विच रारा लगा है, इस करके आप जी ने उच्चारण करना है प्रसाद, गुर प्रसाद, जिदा अर्थ है कि परमात्मा गुरु की किरपा के द्वारा मिलता है। आओ हुण श्लोकां दा मूल पाठ ते नाल ही जो श्लोकां दे अर्थ हन असी उन्हां दी आरंभता करिए जी। गुरुदेव जी दे बचन हन। कतंच माता कतंच पिता कतंच बनिता विनोद सुत है। कतंच, कतंच का भाव है किथे, किथे हन, किथे रह गए, किथे रह जाते हैं। कौन? माँ, कतंच माता, कतंच पिता, किथे रह जाता है पिता। कतंच बनिता विनोद सुत है। बनिता जिदा अर्थ है वोटी, स्त्री, पत्नी। विनोद का अर्थ है प्यार और सुते का भाव है पुत्र। सतगुरु जी ने एक प्रश्न तो इन्हां श्लोक सहस्कृति की आरंभता की। सतगुरु जी वो प्रश्न चुकते हैं, कहते मैनू एक गल दसो संसार के लोगों कि माता और पिता अखीर किथे चले जाते हैं, किथे रह जाते हैं। अज वेखो तुसी जिन्हां दे माँ बाप नहीं हैं संसार दे विच, एक समा सी माँ बाप उन्हां दे नाल सन, वो माता पिता दे नाल रह रहे सन। माता पिता ने उन्हां नूं जन्म दिता, उन्हां नूं पालिया, पर अज या पिता नहीं होवेगा माँ होवेगी, माँ नहीं होवेगी पिता होवेगा, या दोनों ही नहीं होणगे। इहदा कहण दा तात्पर्य ये सी कि माता और पिता सਦੀवी नहीं हन। एक दिन माता और पिता तो विछोड़ा पवेगा। केवल माँ बाप ही नहीं, स्त्री और पुत्रां दे नाल जो प्यार पाया गया है, विनोद जो है, प्यार है, लाड प्यार है, ये भी संसार दे विच ही रह जाता है। भाव ये सदीवी रहन वाला नहीं, ये लाड प्यार एक दिन खत्म हो जाएगा। तो पहली पंक्ति मैं फिर पढ़ा, आप जी ध्यान देना। कतंच माता कतंच पिता कतंच बनिता विनोद सुत है। अगली पंक्ति, कतंच प्रात मीत हित बंधव कतंच मोह कुटुंब्यते। किथे रह जाते हैं भरा, कतंच किथे रह जाते हैं। कौन? भरात, भरात भरा, मीत मित्र दोस्त, हित बंधव, हितु, हितु का अर्थ है जो मेरा पक्ष करते हैं, मेरा साथ देंदे हैं। कई बार गलत भी होवा ना तो मेरे नाल खलो जाते हैं, मेरी साइड लैण वाले, उन्होंने हित किया गया है। बंधव कहते हैं रिश्तेदारां नूं। कतंच मोह कुटुंब्यते, उच्चारण है कुटुंब्यते। बब्बे दे पैर दे विच यैया लग्या है। आप जिन्हां दे कोल सैंचियां हन या जिहड़े बाद दे विच आप जी इस वीडियो नूं दोबारा देखोगे, अपने सामने आप जी मूल पाठ किसी रूप विच रख लेना। जिन्हां दे कोल सैंचियां नहीं हन ते आप जी वेखोगे कि बब्बे दे पैर दे विच एक निशान लगा है, यैया है, ते इहदा उच्चारण करना है कुटुंब्यते। कुटुंब्यते दा भाव है परिवार, परिवार दा, ते परिवार दा मोह किथे रह जाता है। दोनों पंक्तियां दे अर्थ ये होए कि संसार दे विच परिवार दा प्यार, दोस्तां दा, रिश्तेदारां दा, भरावां दा प्यार, पुत्रां दा प्यार, स्त्री दा प्यार, माता पिता दा प्यार, ये सारा प्यार रह जाण वाला है। मनुख इस प्यार नूं अपने नाल ये जीव आत्मा नहीं ले जा सकती। इस तरह कतंच चपल मोहनी रूपं
पेखंते त्यागं करोत। किथे रह जाती है मन नूं मोहण वाली ये चंचल माया कतंच, किथे रह जाती है? कौन? चपल मोहनी रूपं, चपल चंचल। ਇਹ ਮਾਇਆ ਜਿਹਨੇ ਸਾਡੇ ਸਾਰਿਆਂ ਦੇ ਚਿੱਤ ਦੇ ਉੱਤੇ ਪ੍ਰਭਾਵ ਪਾਇਆ ਹੋਇਆ ਹੈ, ਸਾਡੇ ਚਿੱਤ ਨੂੰ, ਸਾਡੇ ਮਨ ਨੂੰ ਠੱਗਣ ਵਾਲੀ ਮਾਇਆ ਹੈ। ਇਹਨੂੰ ਠੱਗਣੀ ਕਿਹਾ ਹੈ ਬਾਣੀ ਨੇ। ਐਸੀ ਸੁੰਦਰ ਮਨ ਕੋ ਮੋਹ ਹੈ ਵੀ ਬੜੀ ਸੋਹਣੀ, ਅਲੱਗ ਅਲੱਗ ਰੂਪ ਬਣਾ ਕੇ ਆਉਂਦੀ ਹੈ, ਸਾਡੇ ਮਨ ਨੂੰ ਮੋਹਿਤ ਕਰ ਲੈਂਦੀ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਪੁੱਛਦੇ, ਕਹਿੰਦੇ ਮੈਨੂੰ ਇੱਕ ਗੱਲ ਦੱਸੋ, ਕਤੰਚ ਚਪਲ ਮੋਹਨੀ ਰੂਪੰ, ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਕਿੱਥੇ ਰਹਿ ਜਾਂਦੀ ਹੈ? ਭਾਵ ਜਦੋਂ ਜੀਵ ਸੰਸਾਰ ਤੋਂ ਜਾਂਦਾ ਹੈ ਤੇ ਕੀ ਮਾਇਆ ਨੂੰ ਜਾਂ ਮਾਇਆ ਕਰਕੇ ਜੋ ਸੰਸਾਰ ਦੇ ਵਿੱਚ ਮੋਹ ਸੀ ਜਿਨ੍ਹਾਂ ਲੋਕਾਂ ਦੇ ਨਾਲ, ਉਹਨਾਂ ਰਿਸ਼ਤੇਦਾਰਾਂ ਨੂੰ ਨਾਲ ਲਿਜਾ ਸਕਦਾ ਹੈ? ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ। ਸਗੋਂ ਮਾਇਆ ਦਾ ਤੇ ਜ਼ਿਕਰ ਇੰਜ ਕੀਤਾ, ਕਹਿੰਦੇ ਪੇਖਨ ਤੇ ਤਿਆਗੰ ਕਰੋਤ, ਵੇਖਦਿਆਂ ਵੇਖਦਿਆਂ ਹੀ ਇਹ ਮਾਇਆ ਛੱਡ ਜਾਂਦੀ ਹੈ। ਹੁਣ ਮੈਂ ਇੱਥੇ ਸਾਧ ਸੰਗਤ ਜੀ ਇੱਕ ਪੁਆਇੰਟ ਆਪ ਜੀ ਦੇ ਨਾਲ ਜ਼ਰੂਰ ਕਲੀਅਰ ਕਰਨਾ ਚਾਹਾਂਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਇਆ ਸ਼ਬਦ ਬਹੁਤ ਵਾਰ ਆਇਆ ਹੈ, ਲੇਕਿਨ ਜਿਤਨੀ ਵਾਰ ਮਾਇਆ ਸ਼ਬਦ ਆਏਗਾ, ਇਸ ਮਾਇਆ ਦਾ ਅਰਥ ਕੇਵਲ ਪੈਸਾ ਨਹੀਂ ਹੋਵੇਗਾ, ਕੇਵਲ ਦੌਲਤ ਨਹੀਂ ਹੋਵੇਗਾ। ਜੇ ਅਸੀਂ ਮਾਇਆ ਦੇ ਅਰਥ ਕੇਵਲ ਦੌਲਤ ਕਰਾਂਗੇ, ਜੇ ਮਾਇਆ ਦੇ ਅਰਥ ਕੇਵਲ ਪੈਸਾ ਕਰਾਂਗੇ, ਤੇ ਇਹ ਅਰਥ ਅਧੂਰੇ ਹਨ। ਹਾਂ, ਕਿਧਰੇ ਕਿਧਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਇਆ ਦਾ ਅਰਥ ਪੈਸੇ ਵਾਸਤੇ ਆਇਆ ਹੈ, ਪਰ ਬਹੁਤਾਹਤ ਵਿੱਚ ਜਦੋਂ ਮਾਇਆ ਸ਼ਬਦ ਆਏਗਾ ਤੇ ਉਸ ਸ਼ਕਤੀ ਵਾਸਤੇ, ਉਸ ਤਾਕਤ ਵਾਸਤੇ, ਉਸ ਵਿਚਾਰ ਵਾਸਤੇ ਇਹ ਮਾਇਆ ਸ਼ਬਦ ਵਰਤਿਆ ਜਾਵੇਗਾ, ਜਿਹੜੀ ਵਿਚਾਰ ਸਾਨੂੰ ਪਰਮਾਤਮਾ ਨਾਲੋਂ ਜੁਦਾ ਕਰ ਦੇਵੇ, ਸਾਡੀ ਸੁਰਤ ਨੂੰ, ਸਾਡੇ ਮਨ ਨੂੰ ਰੱਬ ਨਾਲੋਂ ਤੋੜ ਦੇਵੇ। ਉਹ ਤਾਕਤ, ਉਹਨੂੰ ਮਾਇਆ ਕਿਹਾ ਗਿਆ ਹੈ। ਸਤਿਗੁਰੂ ਆਖਦੇ, ਕਹਿੰਦੇ ਉਹ ਮਾਇਆ ਜਿਹਨੇ ਸਾਰੀ ਜ਼ਿੰਦਗੀ ਪਰਮਾਤਮਾ ਦੇ ਨਾਲ ਜੁੜਨ ਨਹੀਂ ਦਿੱਤਾ, ਪਰਮਾਤਮਾ ਦੇ ਨਾਲ ਸੰਬੰਧ ਬਣਾਉਣ ਨਹੀਂ ਦਿੱਤਾ, ਪਰਮਾਤਮਾ ਨਾਲ ਸੁਰਤ ਨੂੰ ਇੱਕ ਨਹੀਂ ਹੋਣ ਦਿੱਤਾ। ਜਦੋਂ ਉਹ ਮਾਇਆ ਵੇਖਦੀ ਹੈ ਨਾ ਕਿ ਇਹ ਜੀਵ, ਇਹਦੇ ਇੰਦਰੇ ਵੀ ਹੁਣ ਕਮਜ਼ੋਰ ਹੋ ਗਏ, ਇਹ ਕੁਝ ਬਹੁਤ ਕਰਨ ਜੋਗਾ ਨਹੀਂ, ਤੇ ਵੇਖਦਿਆਂ ਵੇਖਦਿਆਂ ਹੀ ਉਹ ਮਾਇਆ ਇਸ ਜੀਵ ਦਾ ਸਾਥ ਛੱਡ ਜਾਂਦੀ ਹੈ। ਪੇਖਨ ਤੇ ਤਿਆਗੰ ਕਰੋਤ। ਹੁਣ ਸਤਿਗੁਰੂ ਨੂੰ ਇੱਕ ਪ੍ਰਸ਼ਨ ਪਾਈਏ, ਪਾਤਸ਼ਾਹ, ਕਿ ਸਭ ਕੁਝ ਸੰਸਾਰ ਦੇ ਵਿੱਚ ਚਲੇ ਜਾਣ ਵਾਲਾ ਹੈ। ਇੱਥੋਂ ਤੱਕ ਬਾਣੀ ਨੇ ਕਿਹਾ ਨਾ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਇਹ ਜਿਹੜਾ ਸਰੀਰ ਸਾਨੂੰ ਮਿਲਿਆ ਹੈ, ਅਸੀਂ ਸਰੀਰ ਨਹੀਂ ਹਾਂ। ਘਰ ਵਿੱਚ ਰਹਿਣ ਵਾਲਾ ਘਰ ਨਹੀਂ ਹੋ ਸਕਦਾ, ਸਰੀਰ ਵਿੱਚ ਰਹਿਣ ਵਾਲਾ ਸਰੀਰ ਨਹੀਂ ਹੋ ਸਕਦਾ। ਧੰਨ ਗੁਰੂ ਅਰਜੁਨ ਦੇਵ ਜੀ ਤੋਂ ਪੁੱਛੀਏ, ਪਾਤਸ਼ਾਹ ਜੀ, ਇਸ ਸਰੀਰ ਸਮੇਤ, ਇਸ ਦੇਹੀ ਦੇ ਸਮੇਤ ਜੇ ਸਭ ਕੁਝ ਸਾਥ ਛੱਡਣ ਵਾਲਾ ਹੈ, ਤੇ ਪਾਤਸ਼ਾਹ ਜੀ ਇਸ ਆਤਮਾ ਦੇ ਨਾਲ ਕੁਝ ਰਹਿਣ ਵਾਲਾ ਵੀ ਹੈ। ਸਤਿਗੁਰੂ ਕਹਿੰਦੇ, ਆ ਮੈਂ ਤੈਨੂੰ ਦੱਸਾਂ ਕਿ ਤੇਰੀ ਆਤਮਾ ਦੇ ਨਾਲ ਅਖੀਰ ਕੀ ਰਵੇਗਾ। ਕਿਹੜੀ ਚੀਜ਼ ਹੈ ਜਿਹੜੀ ਕਦੀ ਵੀ ਆਤਮਾ ਨੂੰ ਛੱਡ ਕੇ ਨਹੀਂ ਜਾਂਦੀ? 3 ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਸਭ ਕੁਝ ਚਲਾ ਜਾਂਦਾ ਹੈ ਸੰਸਾਰ ਵਿੱਚ, ਇਸ ਆਤਮਾ ਕੋਲੋਂ, ਇਸ ਜੀਵ ਕੋਲੋਂ। ਤੇ ਅੰਤਲੀ ਪੰਕਤੀ ਵਿੱਚ, ਪਹਿਲੇ ਸ਼ਲੋਕ ਦੀ ਅੰਤਲੀ ਪੰਕਤੀ ਵਿੱਚ, 4 ਪੰਕਤੀਆਂ ਦਾ ਸ਼ਲੋਕ ਹੈ, ਦੱਸਦੇ ਹਨ ਕਿ ਇੱਕ ਚੀਜ਼ ਹੈ ਜਿਹੜੀ ਸੰਸਾਰ ਵਿੱਚ ਇਸ ਜੀਵ ਨਾਲ, ਇਸ ਆਤਮਾ ਨਾਲ ਰਵੇਗੀ। ਉਹ ਚੀਜ਼ ਕੀ ਹੈ ਜੀ? ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਧਿੰ ਅਚੁੱਤ ਤਨ ਹੈ। ਸਤਿਗੁਰੂ ਆਖਦੇ, ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ, ਭਗਵਾਨ ਦਾ, ਉਸ ਅਕਾਲ ਪੁਰਖ ਦਾ ਕੀਤਾ ਹੋਇਆ ਸਿਮਰਨ, ਉਹਦਾ ਭਜਨ ਹੀ ਜੀਵ ਦੇ ਨਾਲ ਰਹਿੰਦਾ ਹੈ, ਮਨੁੱਖ ਦੇ ਨਾਲ ਸਦਾ ਰਹਿਣ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜੀਵ ਨੂੰ ਇਸੇ ਕਰਕੇ ਇੱਕ ਹਿਦਾਇਤ ਦਿੱਤੀ, ਇੱਕ ਹੁਕਮ ਦਿੱਤਾ। ਪਾਤਸ਼ਾਹ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸਮਾਰੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸ਼ਕਰ ਨਹੀਂ ਲੇਵੈ, ਪਾ ਨਾ ਸਾਕੈ ਜਾਲੇ।
ਸਤਿਗੁਰੂ ਕਹਿੰਦੇ ਕਿ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦਾ ਭਜਨ ਜੋ ਜੀਵ ਨੇ ਕੀਤਾ ਹੋਏਗਾ, ਤੁਸੀਂ ਅੱਜ ਸੰਗਤ ਵਿੱਚ ਭਾਵੇਂ ਨਹੀਂ ਆ ਪਾ ਰਹੇ ਸਰੀਰ ਕਰਕੇ, ਲੇਕਿਨ ਸੁਰਤ ਨੂੰ ਤੁਸੀਂ ਸੰਗਤ ਵਿੱਚ ਹਰ ਵੇਲੇ ਜੋੜ ਸਕਦੇ ਹੋ। ਜਦੋਂ ਅਰਦਾਸ ਕਰੋਗੇ ਨਾ, ਸਾਧ ਸੰਗ ਪ੍ਰਭ ਦੇ ਨਿਵਾਸ, ਸਰਬ ਸੂਖ ਨਾਨਕ ਪ੍ਰਗਾਸ, ਕਿ ਪਰਮਾਤਮਾ ਮੈਂ ਤੇਰੀ ਬਾਣੀ ਦੇ ਵਿੱਚ ਸੁਰਤ ਕਰਕੇ ਜੁੜ ਜਾਵਾਂ, ਤੇਰੇ ਨਾਮ ਦੇ ਵਿੱਚ ਸੁਰਤ ਕਰਕੇ ਜੁੜ ਜਾਵਾਂ। ਜਦੋਂ ਇਹ ਅਰਦਾਸ ਉਸ ਅਕਾਲ ਪੁਰਖ ਨੇ ਸੁਣ ਲਈ ਤੇ ਸਤਿਗੁਰੂ ਜੀ ਆਖਦੇ, ਕਹਿੰਦੇ ਅਕਾਲ ਪੁਰਖ ਨਾ ਸੁਰਤ ਦਾ ਨਿਵਾਸ ਸ਼ਬਦ ਵਿੱਚ ਕਰ ਦਿੰਦਾ ਹੈ। ਸ਼ਬਦ ਵਿੱਚ ਇਹ ਜੋੜ ਹੀ ਸਤ ਸੰਗਤ ਦਾ ਸੂਚਕ ਪ੍ਰਤੀਕ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ, ਭਗਵਾਨ ਦਾ ਕੀਤਾ ਹੋਇਆ ਸਿਮਰਨ, ਪਰਮਾਤਮਾ ਦੀ ਕੀਤੀ ਹੋਈ ਭਗਤੀ, ਉਹਦੇ ਗਾਏ ਹੋਏ ਗੁਣ ਹੀ ਜੀਵ ਦੇ ਨਾਲ ਨਿਭਦੇ ਹਨ, ਉਹਦੇ ਪੱਲੇ ਰਹਿੰਦੇ ਹਨ। ਤੇ ਹੁਣ ਇਹ ਗੁਣ, ਇਹ ਸਿਮਰਨ ਮਿਲੇਗਾ ਕਿੱਥੋਂ? ਨਾਨਕ ਲਬਧਿਅੰ ਅਚੁੱਤ ਤਨ ਹੈ। ਹੇ ਨਾਨਕ, ਨਾਨਕ ਤੋਂ ਬਾਅਦ ਰੁਕੋਗੇ। ਜਦੋਂ ਵੀ ਨਾਨਕ ਦਾ ਕੱਕਾ ਗੁਰੂ ਗ੍ਰੰਥ ਸਾਹਿਬ 'ਚ ਮੁਕਤਾ ਆਏਗਾ, ਉਹਦੇ ਅੱਗੇ ਕਾ ਕੇ ਕੀ ਕੋਈ ਸੰਬੰਧਕੀ ਨਹੀਂ ਹੋਏਗਾ। ਆਪ ਜੀ ਨੇ ਨਾਨਕ ਤੋਂ ਬਾਅਦ ਰੁਕਣਾ ਹੈ ਸੰਬੋਧਨ ਰੂਪ ਦੇ ਵਿੱਚ। ਨਾਨਕ ਲਬਧਿਅੰ ਅਚੁੱਤ ਤਨ ਹੈ, ਸੰਬੋਧਨ ਕਰਕੇ ਬੋਲਣਾ ਹੈ, ਜਿਹਦਾ ਅਰਥ ਹੋਏਗਾ ਹੇ ਨਾਨਕ। ਹੇ ਨਾਨਕ ਉਹ ਸਿਮਰਨ ਜਿਹੜਾ ਜੀਵ ਦੇ ਨਾਲ ਸਦਾ ਨਿਭੇਗਾ, ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹ ਸਿਮਰਨ ਮਿਲਦਾ ਹੈ। ਲਬਧਿਅੰ, ਉਚਾਰਨ ਫਿਰ ਸਮਝੋ, ਲਬਧਿਅੰ। ਧੱਦੇ ਦੇ ਪੈਰ ਦੇ ਵਿੱਚ ਯਈਆ ਤੇ ਉੱਤੇ ਟਿੱਪੀ ਹੈ ਤੇ ਉਚਾਰਨ ਹੈ ਲਬਧਿਅੰ। ਨਾਨਕ ਲਬਧਿਅੰ, ਲੱਭ ਜਾਂਦਾ ਹੈ, ਮਿਲ ਪੈਂਦਾ ਹੈ, ਉਹਨੂੰ ਲੱਭ ਸਕੀਦਾ ਹੈ। ਕਿੱਥੇ? ਅਚੁੱਤ ਤਨ ਹੈ, ਅਚੁੱਤ ਤਨ ਹੈ। ਹੁਣ ਇਹਦੇ ਉਚਾਰਨ ਆਪ ਜੀ ਨੇ ਸੁਣੇ ਹਨ, ਇਹਦੇ ਅਰਥ ਵੀ ਸੁਣੋ। ਅਚੁੱਤ ਕਹਿੰਦੇ ਹਨ ਅਬਿਨਾਸੀ ਨੂੰ, ਔਰ ਤਨਹ ਦਾ ਭਾਵ ਹੈ ਪੁੱਤਰ, ਜਿਵੇਂ ਤਨੁਜ, ਤਨੁਜ ਦਾ ਅਰਥ ਹੈ ਪੁੱਤਰ। ਅਚੁੱਤ ਤਨਹ ਦਾ ਅਰਥ ਹੈ ਉਸ ਪਰਮਾਤਮਾ ਦੇ ਪੁੱਤਰਾਂ ਦੇ ਕੋਲ। ਪਰਮਾਤਮਾ ਦੇ ਪੁੱਤਰ ਕੌਣ ਹਨ? ਪਰਮਾਤਮਾ ਦੇ ਭਗਤ, ਪਰਮਾਤਮਾ ਦੇ ਸੰਤ। ਉਹ ਸਿਮਰਨ ਜਿਹੜਾ ਇਸ ਜੀਵ ਆਤਮਾ ਦੇ ਨਾਲ ਸਦਾ ਸਾਥ ਨਿਭਾਏਗਾ, ਉਹ ਸਿਮਰਨ ਮਿਲੇਗਾ ਪਰਮਾਤਮਾ ਦੇ ਪੁੱਤਰਾਂ ਦੀ, ਭਾਵ ਭਗਤਾਂ ਦੀ, ਭਾਵ ਕੇ ਗੁਰਮੁਖਾਂ ਦੀ ਸੰਗਤ ਦੇ ਵਿੱਚ। ਤੋ ਇਹ ਪਹਿਲਾ ਸ਼ਲੋਕ ਹੈ। ਮੈਂ ਇੱਕ ਵਾਰ ਪਾਠ ਇਸ ਸ਼ਲੋਕ ਦਾ ਫਿਰ ਆਪ ਜੀ ਦੇ ਨਾਲ ਸਾਂਝਾ ਕਰਾਂ। ਆਪ ਜੀ ਹੁਣ ਧਿਆਨ ਦੇ ਨਾਲ ਇਸ ਪਾਠ ਨੂੰ ਸੁਣਿਓ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਿਤਾ ਬਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਯਤੇ, ਕਤੰਚ ਚਪਲ ਮੋਹਨੀ ਰੂਪੰ, ਪੇਖੰਤੇ ਤਿਆਗੰ ਕਰੋਤ, ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਧਿਅੰ ਅਚੁੱਤ ਤਨ ਹੈ। ਇਹ ਪਹਿਲਾ ਸ਼ਲੋਕ ਸੀ। ਆਓ ਇੱਕ ਸ਼ਲੋਕ ਹੋਰ ਕਰੀਏ ਤੇ ਅਗਲੇ ਸ਼ਲੋਕ ਦੇ ਵਿੱਚ ਵੀ ਸਤਿਗੁਰੂ ਜੀ ਨੇ ਜੋ ਉਪਦੇਸ਼ ਸਾਨੂੰ ਬਖਸ਼ਿਆ ਹੈ ਉਹ ਬੜਾ ਸਮਝਣ ਵਾਲਾ ਹੈ। ਗੁਰਦੇਵ ਜੀ ਆਖਦੇ ਹਨ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵ ਹੈ, ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ, ਤ੍ਰਿਗ ਸਨੇਹੰ ਗ੍ਰਿਹਾਰਥ ਕਹੈ, ਸਾਧ ਸੰਗ ਸਨੇਹ ਸਤਯੰ, ਸੁਖਯੰ ਬਸੰਤ ਨਾਨਕ ਹੈ। ਤ੍ਰਿਗੰਤ, ਤ੍ਰਿਗੰਤ ਦਾ ਅਰਥ ਜੇ ਫਿਟਕਾਰ ਯੋਗ, ਜਿਹਨੂੰ ਛੱਡਣ ਵਾਲਾ ਕਿਹਾ ਜਾਵੇ। ਜਿਹੜੀ ਚੀਜ਼ ਚੰਗੀ ਨਹੀਂ ਨਾ, ਭੈੜੀ ਹੈ। ਤੇ ਸੰਸਾਰ ਦੇ ਲੋਕ ਅਕਸਰ ਇਹ ਆਖਦੇ ਹਨ ਕਿ ਭੈੜੀਆਂ ਚੀਜ਼ਾਂ ਦਾ ਸੰਗ ਨਾ ਕਰੋ, ਭੈੜਿਆਂ ਦਾ ਸੰਗ ਨਾ ਕਰੋ।
ਜੇ ਭੈੜੀਆਂ ਚੀਜ਼ਾਂ ਦਾ ਸੰਗ ਕਰੋਗੇ ਤੇ ਤੁਹਾਡੇ ਜੀਵਨ ਵਿੱਚ ਭੈੜ ਆ ਜਾਵੇਗੀ। ਜੇ ਮਾੜੇ ਲੋਕਾਂ ਦਾ ਸੰਗ ਕਰੋਗੇ ਤੇ ਤੁਹਾਡੀ ਬਿਰਤੀ, ਤੁਹਾਡਾ ਸੁਭਾਵ, ਤੁਹਾਡੇ ਕਰਮ ਵੀ ਮਾੜੇ ਹੋ ਜਾਣਗੇ। ਗੁਰੂ ਸਾਹਿਬ ਆਖਦੇ, ਕਹਿੰਦੇ ਮਨੁੱਖ ਸੰਸਾਰ ਵਿੱਚ ਕਈ ਵਾਰ ਚੰਗੀਆਂ ਔਰ ਭੈੜੀਆਂ ਚੀਜ਼ਾਂ ਦੇ ਵਿੱਚ ਫਰਕ ਕਰਨਾ ਸਿੱਖ ਜਾਂਦਾ ਹੈ, ਪਰ ਇੱਕ ਚੀਜ਼ ਭੈੜੀ ਐਸੀ ਹੈ, ਇੱਕ ਐਸੀ ਮਾੜੀ ਚੀਜ਼ ਹੈ ਜਿਸ ਚੀਜ਼ ਨੂੰ ਉਹ ਛੱਡਣਾ ਨਹੀਂ ਚਾਹੁੰਦਾ। ਉਹ ਚੀਜ਼ ਕੀ ਹੈ? ਤ੍ਰਿਗੰਤ ਮਾਤ ਪਿਤਾ ਸਨੇਹੰ। ਹੁਣ ਸਨੇਹੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਿਆਰ ਵਾਸਤੇ ਵੀ ਆਇਆ ਹੈ, ਲੇਕਿਨ ਸਨੇਹੰ ਭਾਵ ਸਨੇਹ ਇਹ ਮੋਹ ਵਾਸਤੇ ਵੀ ਆਇਆ ਹੈ, ਪਕੜ ਵਾਸਤੇ, ਅਟੈਚਮੈਂਟ ਵਾਸਤੇ। ਪਿਆਰ ਦੀ ਉਹ ਬਿਰਤੀ ਜਿਹੜੀ ਕੇਵਲ ਕੁਝ ਖਾਸ ਲੋਕਾਂ ਤੱਕ ਸੀਮਿਤ ਰਵੇ, ਇੱਕ ਪਰਿਵਾਰ ਤੱਕ, ਇੱਕ ਟੱਬਰ ਤੱਕ, ਇੱਕ ਗਰੁੱਪ ਆਫ ਪੀਪਲ ਤੱਕ ਜਿਹੜੀ ਬਿਰਤੀ ਸੀਮਿਤ ਰਵੇ, ਉਸ ਤੋਂ ਅੱਗੇ ਮਨੁੱਖ ਪਿਆਰ ਬਾਰੇ ਸੋਚ ਹੀ ਨਾ ਸਕੇ, ਉਸ ਬਿਰਤੀ ਨੂੰ ਸਤਿਗੁਰੂ ਜੀ ਨੇ ਮੋਹ ਕਿਹਾ ਹੈ ਤੇ ਉਸੇ ਬਿਰਤੀ ਦਾ ਇੱਥੇ ਜ਼ਿਕਰ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਦੂਜਾ ਰੂਪ ਵੀ ਆਇਆ ਕਿ ਇਹ ਸਨੇਹ ਜਦੋਂ ਸਾਰੇ ਸੰਸਾਰ ਵਾਸਤੇ ਹੋ ਜਾਵੇ। ਇਹਦੇ ਲਈ ਮੈਂ ਅਕਸਰ ਇੱਕ ਉਦਾਹਰਣ ਸੰਗਤ ਦੇ ਨਾਲ ਸਾਂਝੀ ਕਰਦਾ ਹਾਂ, ਤੁਹਾਡੇ ਨਾਲ ਵੀ ਮੈਂ ਸਾਂਝੀ ਕਰਾਂ। ਇਹਨੂੰ ਵਿਦਵਾਨਾਂ ਨੇ ਇੰਝ ਸਮਝਾਇਆ, ਕਹਿੰਦੇ ਇੱਕ ਪਾਸੇ ਧੰਨ ਗੁਰੂ ਨਾਨਕ ਦੇਵ ਜੀ ਹਨ ਤੇ ਇੱਕ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਹਨ। ਧੰਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਾਲੂ ਜੀ, ਕਲਿਆਣ ਦਾਸ ਜੀ, ਉਹਨਾਂ ਦੇ ਲਈ ਉਹਨਾਂ ਦਾ ਪਰਿਵਾਰ ਹੀ ਸੰਸਾਰ ਹੈ। ਗੱਲ ਨੂੰ ਆਪ ਪਕੜਿਓ। ਮਹਿਤਾ ਕਾਲੂ ਜੀ ਦੇ ਲਈ ਉਹਨਾਂ ਦਾ ਪਰਿਵਾਰ ਹੀ ਸੰਸਾਰ ਹੈ। ਆਪ ਵਿੱਚੋਂ ਕਈ ਬੀਬੀਆਂ ਅਕਸਰ ਇਹ ਗੱਲ ਆਖ ਦਿੰਦੀਆਂ ਨਾ, ਮੇਰਾ ਘਰ ਸੰਸਾਰ ਹੈ। ਘਰ ਨੂੰ ਸੰਸਾਰ ਆਖਦੇ ਹਨ, ਭਾਵ ਸੁਰਤ ਘਰ ਤੋਂ ਅੱਗੇ ਜਾਂਦੀ ਕੋਈ ਨਹੀਂ, ਪਿਆਰ ਘਰ ਤੋਂ ਅੱਗੇ ਜਾਂਦਾ ਹੀ ਕੋਈ ਨਹੀਂ। ਪਰ ਗੁਰੂ ਨਾਨਕ ਦੇ ਲਈ ਸਾਰਾ ਸੰਸਾਰ ਹੀ ਗੁਰੂ ਨਾਨਕ ਦਾ ਘਰ ਹੈ। ਬਸ ਇਹ ਫਰਕ ਜੇ। ਜਿਸ ਦਿਨ ਸੰਸਾਰ ਹੀ ਘਰ ਪ੍ਰਤੀਤ ਹੋਣ ਲੱਗ ਪਿਆ, ਉਸ ਦਿਨ ਅਸੀਂ ਆਖ ਦੇਵਾਂਗੇ ਕਿ ਸਨੇਹ ਹੈ, ਇਹ ਚੰਗਾ ਹੈ। ਪਰ ਜਦੋਂ ਤੱਕ ਕੇਵਲ ਪਰਿਵਾਰ ਹੀ ਸੰਸਾਰ ਪ੍ਰਤੀਤ ਹੋ ਰਿਹਾ ਹੈ, ਇਸ ਤੋਂ ਅੱਗੇ ਦੀ ਸੋਚ ਹੀ ਕੋਈ ਨਹੀਂ, ਉਦੋਂ ਤੱਕ ਇਸ ਬਿਰਤੀ ਨੂੰ ਮਾੜਾ ਕਿਹਾ ਗਿਆ ਹੈ, ਕਿਉਂਕਿ ਇਹ ਬਿਰਤੀ ਪਰਉਪਕਾਰ ਵਾਸਤੇ ਵੀ ਰੋਕਦੀ ਹੈ। ਇਹ ਬਿਰਤੀ ਇਸ ਢੰਗ ਨਾਲ ਮੈਂ ਬੇਨਤੀ ਕਰਦੇ ਹਾਂ ਕਿ ਚੋਣ ਕਰਾਉਂਦੀ ਹੈ ਵੀ ਕਿਹਨਾਂ ਦੀ ਸੇਵਾ ਕਰਨੀ ਹੈ, ਕਿਹਨਾਂ ਦੇ ਨਾਲ ਚੰਗਾ ਵਿਵਹਾਰ ਕਰਨਾ ਹੈ। ਸਤਿਗੁਰੂ ਨੇ ਇਹ ਬਿਰਤੀ ਸਾਨੂੰ ਨਹੀਂ ਦਿੱਤੀ। ਸਤਿਗੁਰੂ ਨੇ ਬਿਰਤੀ ਬਖਸ਼ਿਸ਼ ਕੀਤੀ ਹੈ ਕਿ ਸਗਲ ਸੰਗ ਹਮਕੋ ਬਨ ਆਈ ਵਾਲੀ ਬਿਰਤੀ। ਆਓ ਸ਼ਲੋਕ ਦੇ ਅਰਥ ਕਰੀਏ। ਤ੍ਰਿਗੰਤ ਮਾਤ ਪਿਤਾ ਸਨੇਹੰ। ਮਾਤਾ ਤੇ ਪਿਤਾ ਦਾ ਮੋਹ ਮਾੜਾ ਹੈ, ਤ੍ਰਿਗ ਹੈ, ਫਿਟਕਾਰਯੋਗ ਹੈ। ਤੇ ਮੈਂ ਹੁਣੇ ਅਰਜ਼ ਕਰ ਰਿਹਾ ਸਾਂ, ਜਿਹੜੀ ਚੀਜ਼ ਫਿਟਕਾਰਯੋਗ ਹੈ, ਮਾੜੀ ਹੈ, ਚੰਗੀ ਹੈ, ਉਸ ਚੀਜ਼ ਨੂੰ ਜੇ ਮੈਂ ਆਪਣੇ ਜੀਵਨ ਵਿੱਚ ਕੈਰੀ ਕਰਾਂਗਾ ਤੇ ਮੈਂ ਵੀ ਮਾੜਾ ਹੋ ਜਾਵਾਂਗਾ। ਕੋਈ ਐਸੀ ਚੀਜ਼ ਜਿਹਦੇ ਵਿੱਚੋਂ ਬਦਬੂ ਆ ਰਹੀ ਹੈ, ਜੇ ਮੈਂ ਉਹਨੂੰ ਆਪਣੀ ਜੇਬ ਵਿੱਚ ਪਾ ਲਵਾਂ ਔਰ ਉਸ ਚੀਜ਼ ਨੂੰ ਆਪਣੀ ਜੇਬ ਵਿੱਚ ਪਾ ਕੇ ਤੇ ਜੇ ਮੈਂ ਸੰਸਾਰ ਵਿੱਚ ਫਿਰਦਾ ਰਵਾਂ ਤੇ ਮੇਰੇ ਵਿੱਚ ਭਾਵੇਂ ਬਦਬੂ ਨਹੀਂ, ਲੇਕਿਨ ਮੇਰੇ ਕੋਲ ਉਹ ਵਸਤੂ ਹੈ, ਲੋਕਾਂ ਨੂੰ ਮੇਰੇ ਕੋਲੋਂ ਬਦਬੂ ਆਉਣ ਲੱਗ ਪਵੇਗੀ। ਬਿਲਕੁਲ ਇਸੇ ਤਰ੍ਹਾਂ ਮੋਹ ਮੇਰੇ ਅੰਦਰ ਹੈ ਤੇ ਮੇਰੇ ਅੰਦਰੋਂ ਮੋਹ ਦੀ ਬਦਬੂ ਆਏਗੀ। ਮੈਂ ਲੋਕਾਂ ਦੇ ਵਿੱਚ ਕੇਵਲ ਮੋਹ ਦੀਆਂ ਵਾਈਬ੍ਰੇਸ਼ਨਸ ਹੀ ਲੋਕਾਂ ਵਿੱਚ ਫੈਲਾਵਾਂਗਾ। ਸਤਿਗੁਰੂ ਕਹਿੰਦੇ ਇਸ ਕਰਕੇ ਜੋ ਇਹ ਸਨੇਹ ਹੈ, ਇਹ ਜੋ ਮੋਹ ਹੈ, ਇਹ ਜੋ ਪਕੜ ਹੈ, ਇਹ ਜੋ ਅਟੈਚਮੈਂਟ ਹੈ ਮਾਤਾ ਔਰ ਪਿਤਾ ਦਾ, ਇਹਦਾ ਅਰਥ ਇਹ ਨਹੀਂ ਵੀ ਪਿਆਰ ਨਾ ਕਰੀਏ ਉਹਨਾਂ ਦੇ ਨਾਲ। ਗੁਰੂ ਸਾਹਿਬ ਜੀ ਨੇ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਸਤੇ ਨਹੀਂ ਕਿਹਾ, ਲੇਕਿਨ ਮਾਤਾ ਔਰ ਪਿਤਾ ਦੀ ਸੇਵਾ ਕਰਦੇ ਕਰਦੇ, ਉਹਨਾਂ ਦੇ ਨਾਲ ਪਿਆਰ ਕਰਦੇ ਕਰਦੇ ਮੈਂ ਸਿਰਫ ਉਸ ਪਿਆਰ ਦੇ ਵਿੱਚ ਹੀ ਫਸ ਕੇ ਨਾ ਰਹਿ ਜਾਵਾਂ। ਮੈਨੂੰ ਪਤਾ ਹੋਵੇ ਕਿ ਮਾਤਾ ਪਿਤਾ ਦਾ ਪਿਆਰ ਉਦੋਂ ਤੱਕ ਹੈ ਜਦ ਤੱਕ ਮਾਤਾ ਪਿਤਾ ਹਨ। ਕਈਆਂ ਦਾ ਤੇ ਉਹ ਪਿਆਰ ਵੀ ਟੁੱਟ ਜਾਂਦਾ ਸੀ। ਵੇਖਦੇ ਹਨ, ਬੱਚਾ ਜਵਾਨ ਹੋਇਆ, ਘਰ ਵਿੱਚ ਵਹੁਟੀ ਆ ਗਈ, ਆਪਣੇ ਬੱਚੇ ਹੋ ਗਏ,
ਤੇ ਕਈ ਵਾਰ ਮਾਤਾ ਪਿਤਾ ਨੂੰ ਘਰੋਂ ਕੱਢ ਦਿੰਦਾ ਹੈ। ਆਖਦਾ ਹੁਣ ਤੁਹਾਡੀ ਇੱਥੇ ਲੋੜ ਨਹੀਂ, ਤੁਹਾਡੇ ਲਈ ਮੈਂ ਕਿਧਰੇ ਹੋਰ ਇੰਤਜ਼ਾਮ ਕਰ ਦਿੱਤਾ। ਇਹ ਤੇ ਜਿਉਂਦਿਆਂ ਜੀ ਕਈ ਵਾਰ ਪਿਆਰ ਟੁੱਟ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਪਿਆਰ ਦਾ ਕੋਈ ਭਰੋਸਾ ਨਹੀਂ। ਇਹ ਪਿਆਰ ਨੂੰ ਸਦਾ ਪੱਕਾ ਨਾ ਸਮਝ ਕੇ ਬੈਠੀ, ਇਹ ਮਾੜਾ ਹੈ ਜੇ ਇਹ ਮੋਹ ਹੈ। ਹਾਂ, ਜੇ ਮਾਤਾ ਪਿਤਾ ਦੇ ਵਿੱਚ ਰੱਬ ਦੀ ਜੋਤ ਨਜ਼ਰ ਆ ਰਹੀ ਹੈ, ਜੇ ਮਾਤਾ ਪਿਤਾ ਦੇ ਵਿੱਚ ਵੀ ਰੱਬ ਦਾ ਅੰਸ਼ ਨਜ਼ਰ ਆ ਰਿਹਾ ਹੈ, ਜਿਵੇਂ ਦੂਜਿਆਂ ਦੇ ਵਿੱਚ ਨਜ਼ਰ ਆਉਂਦਾ ਹੈ, ਤੇ ਪਾਤਸ਼ਾਹ ਕਹਿੰਦੇ ਇਹ ਫਿਰ ਪਿਆਰ ਸਾਰਿਆਂ ਲਈ ਇੱਕ ਬਰਾਬਰ ਹੈ। ਪਿਆਰ ਉਹ ਬਿਰਤੀ ਜੇ ਜਿਹੜੀ ਸਾਰਿਆਂ ਦੇ ਲਈ ਇੱਕ ਬਰਾਬਰ ਹੋਵੇਗੀ। ਉਹ ਵਿਤਕਰਾ ਨਹੀਂ ਕਰੇਗੀ ਕਿ ਕਿਹਦੇ ਨਾਲ ਵੱਧ ਕਰਾਂ ਕਿਹਦੇ ਨਾਲ ਘੱਟ ਕਰਾਂ। ਯਕੀਨ ਜਾਣਨਾ, ਸਤਿਗੁਰੂ ਕਹਿੰਦੇ ਮਾਤਾ ਤੇ ਪਿਤਾ ਦਾ ਜੋ ਸਨੇਹ ਹੈ, ਜੋ ਪਿਆਰ ਹੈ, ਇਹ ਫਿਟਕਾਰਯੋਗ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵ ਹੈ। ਭਰਾਵਾਂ ਦਾ ਭਰਾਤ ਬਾਂਧਵ ਹੈ, ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ ਪਿਆਰ ਵੀ ਫਿਟਕਾਰਯੋਗ ਹੈ। ਮਾੜਾ ਹੈ ਮੋਹ, ਮਾੜਾ ਹੈ ਮੋਹ, ਕਿਸੇ ਚੀਜ਼ ਦਾ ਹੋਵੇ ਉਹ ਮਾੜਾ ਹੈ। ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ। ਉਚਾਰਨ ਦੀ ਇੱਥੇ ਇੱਕ ਮੈਂ ਆਪ ਜੀ ਦੇ ਨਾਲ ਵਿਚਾਰ ਰੱਖਾਂ, ਨੁਕਤਾ ਖੋਲਾਂ। ਪਿਛਲੀ ਪੰਕਤੀ ਵਿੱਚ ਅਗਰ ਆਪ ਵੇਖੋਗੇ ਤੇ ਸੱਸਾ ਨੰਨੇ ਨੂੰ ਲਾਂ ਤੇ ਹਾਹੇ ਤੇ ਟਿੱਪੀ ਹੈ, ਇਸ ਕਰਕੇ ਮੈਂ ਪੜ੍ਹਿਆ ਸੀ ਸਨੇਹੰ। ਪਰ ਅਗਲੀ ਪੰਕਤੀ ਵਿੱਚ ਜੇ ਅਸੀਂ ਦੇਖਾਂਗੇ ਸੱਸਾ ਸੱਸੇ ਨੂੰ ਲਾਂ, ਪੈਰ ਦੇ ਵਿੱਚ ਨੰਨਾ ਤੇ ਹਾਹੇ ਨੂੰ ਟਿੱਪੀ ਲੱਗੀ ਹੈ, ਭਾਵ ਨੰਨਾ ਪੂਰਾ ਨਹੀਂ ਹੈ, ਇਸ ਕਰਕੇ ਇਹਦਾ ਅਰਥ ਹੋ ਜਾਏਗਾ ਸਨੇਹੰ। ਪਿਛਲਾ ਹੈ ਸਨੇਹੰ ਤੇ ਇਸ ਪੰਕਤੀ ਵਿੱਚ ਪੜਾਂਗੇ ਸਨੇਹੰ। ਆਪ ਉਚਾਰਨ ਔਰ ਫਰਕ ਸਮਝੇ ਹੋਵੋਗੇ। ਸਨੇਹੰ ਸਨੇਹੰ, ਅਰਥ ਦੋਨਾਂ ਦਾ ਇੱਕੋ ਹੀ ਹੈ। ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ। ਬਿਲਾਸ ਆਨੰਦ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸਤਰੀ ਪੁੱਤਰ ਦੇ ਮੋਹ ਦਾ ਆਨੰਦ ਵੀ, ਇਸਤਰੀ ਔਰ ਪੁੱਤਰ ਦੇ ਨਾਲ ਜਦੋਂ ਮੋਹ ਪੈਂਦਾ ਹੈ, ਇਸ ਮੋਹ ਦੇ ਵਿੱਚੋਂ ਬੰਦੇ ਨੂੰ ਬੜਾ ਆਨੰਦ ਮਿਲਦਾ ਹੈ। ਆਪਣੇ ਪਰਿਵਾਰ ਨੂੰ ਵੇਖਦਾ ਹੈ, ਪਰਿਵਾਰ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਬਾਣੀ ਨੇ ਤੇ ਉੱਥੋਂ ਤੱਕ ਕਿਹਾ, ਕਹਿੰਦੇ ਉਸ ਪਰਿਵਾਰ ਦੇ ਵਾਸਤੇ ਨਾ, ਉਹਨਾਂ ਨੂੰ ਖੁਸ਼ੀਆਂ ਦੇਣ ਵਾਸਤੇ ਕਈ ਵਾਰ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਆਪਣੇ ਪਰਿਵਾਰ ਨੂੰ ਖੁਸ਼ੀਆਂ ਦੇਣ ਵਾਸਤੇ ਦੂਜਿਆਂ ਦੇ ਪਰਿਵਾਰਾਂ ਦਾ ਹੱਕ ਮਾਰ ਲੈਂਦਾ ਹੈ, ਕਈ ਪਰਪੰਚ ਕਰਦਾ ਹੈ, ਕਈ ਸੰਸਾਰ ਦੇ ਵਿੱਚ ਕਈ ਤਰੀਕਿਆਂ ਦੀਆਂ ਇਹ ਭੈੜੀਆਂ ਕ੍ਰਿਤਾਂ ਨੂੰ ਸੰਸਾਰ ਵਿੱਚ ਕਰਦਾ ਹੈ, ਕੁਕ੍ਰਿਤ ਕਰਦਾ ਹੈ। ਬਹੁ ਪਰਪੰਚ ਕਰ ਪਰਤਨ ਲਿਆਵੇ। ਇਹਦਾ ਕਾਰਨ ਕੀ ਸੀ? ਸੁਤਦਾਰਾ ਪੈ ਆਨ ਲੁਟਾਵੇ। ਆਪਣੇ ਪਰਿਵਾਰ ਦੇ ਉੱਤੇ, ਆਪਣੇ ਪੁੱਤਰਾਂ ਤੇ ਧੀਆਂ ਤੇ, ਆਪਣੀ ਵਹੁਟੀ ਤੇ ਉਸ ਧਨ ਨੂੰ ਲੁਟਾਉਂਦਾ ਹੈ, ਖਰਚ ਕਰਦਾ ਹੈ। ਬਾਣੀ ਕਹਿੰਦੀ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਇਹ ਮੋਹ ਬੜਾ ਮਾੜਾ ਹੈ, ਜਿਹੜਾ ਮੋਹ ਤੈਨੂੰ ਇਸ ਭੈੜੇ ਰਸਤੇ ਉੱਤੇ, ਇਸ ਕੁਮਾਰਗ ਦੇ ਉੱਤੇ ਜਿਹਨੇ ਤੈਨੂੰ ਤੋਰਿਆ ਹੋਇਆ ਹੈ। ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ। ਤ੍ਰਿਗ ਸਨੇਹੰ ਗ੍ਰਿਹਾਰਥ ਕਹੈ। ਤ੍ਰਿਗ ਸਨੇਹੰ, ਉਸੇ ਤਰ੍ਹਾਂ ਸਨੇਹੰ ਉਚਾਰਾਂਗੇ ਔਰ ਅਰਥ ਬਣੇਗਾ ਤ੍ਰਿਗ ਸਨੇਹੰ। ਮਾੜਾ ਹੈ ਮੋਹ ਕਿਹਦਾ? ਗ੍ਰਿਹਾਰਥ ਕਹਿ। ਗ੍ਰਿਹਾਰਥ ਕਹਿ ਇਹਦਾ ਅਰਥ ਹੋਵੇਗਾ ਘਰਾਂ ਦੇ ਪਦਾਰਥਾਂ ਦਾ। ਗ੍ਰਿਹਾਰਥ ਕਹਿ, ਮੈਂ ਫਿਰ ਬੇਨਤੀ ਕਰਾਂ, ਉਚਾਰਨ ਸਮਝਣਾ। ਗ੍ਰਿਹਾਰ ਥਕਹਿ ਭਾਵ ਗ੍ਰਹਿ ਅਰਥ ਕਾ, ਘਰ ਦੇ ਪਦਾਰਥਾਂ ਦਾ। ਘਰ ਦੇ ਪਦਾਰਥਾਂ ਦਾ ਮੋਹ ਵੀ ਬਹੁਤ ਮਾੜਾ ਹੈ। ਜਿਹੜੇ ਲੋਕ ਘਰ ਦੇ ਮੋਹ ਵਿੱਚ, ਘਰ ਦੇ ਜੀਆਂ ਦੇ ਮੋਹ ਵਿੱਚ ਤੇ ਘਰ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਗੁਜ਼ਾਰ ਰਹੇ ਹਨ, ਸਤਿਗੁਰੂ ਕਹਿੰਦੇ ਉਹਨਾਂ ਲੋਕਾਂ ਦੇ ਜੀਵਨ ਤੋਂ ਕੋਈ ਬਹੁਤ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ। ਤੇ ਜਿਵੇਂ ਪਿਛਲੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਦੱਸਿਆ ਸੀ ਨਾ ਕਿ ਨਾਲ ਜਾਏਗਾ ਕੀ, ਇਸ ਸ਼ਲੋਕ ਦੀ ਅੰਤਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ, ਕਹਿੰਦੇ ਫਿਰ ਇੱਕ ਐਸਾ ਪਿਆਰ ਆ ਮੈਂ ਤੈਨੂੰ ਦੱਸਾਂ ਜਿਹੜਾ ਪਿਆਰ ਤ੍ਰਿਗ ਨਹੀਂ ਹੈ, ਜਿਹੜਾ ਸਨੇਹ ਤ੍ਰਿਗ ਨਹੀਂ ਹੈ, ਮਾੜਾ ਨਹੀਂ, ਉਹ ਬਹੁਤ ਚੰਗਾ ਹੈ। ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ ਹੈ। ਹੁਣ ਇੱਥੇ ਸਨੇਹ ਸ਼ਬਦ ਆਇਆ ਹੈ, ਹਾਹੇ ਤੋਂ ਟਿੱਪੀ ਉਤਰ ਚੁੱਕੀ ਹੈ, ਪਰ ਅਰਥ ਉਹੀ ਹੋਵੇਗਾ। ਸਾਧ ਸੰਗ ਸਨੇਹ ਭਾਵ ਸਤਸੰਗ ਦੇ ਨਾਲ ਪਾਇਆ ਹੋਇਆ ਮੋਹ, ਸਤਸੰਗ ਨਾਲ ਪਾਇਆ ਹੋਇਆ ਪਿਆਰ।
सत्यं उच्चारण है सत्यं। सत्यं ਦਾ ਭਾਵ ਹੈ ਸਦਾ ਥਿਰ ਰਹਿਣ ਵਾਲਾ। ਭਾਵ ਜਿਹਨੂੰ ਕਰਨ ਤੋਂ ਬਾਅਦ ਸੱਚਮੁੱਚ ਆਨੰਦ ਦੀ ਪ੍ਰਾਪਤੀ ਹੋਵੇ। ਸਾਧ ਸੰਗ ਸਨੇਹ ਸਤਯੰ, ਸਤ ਸੰਗਤ ਦੇ ਨਾਲ ਕੀਤਾ ਹੋਇਆ ਸਨੇਹ ਇਹ ਸਤ ਹੈ। ਸਤ ਦਾ ਭਾਵ ਸਦਾ ਥਿਰ ਰਹਿਣ ਵਾਲਾ ਹੈ। ਇਹ ਪਿਆਰ ਲੋਕ ਵਿੱਚ ਹੀ ਨਹੀਂ ਬਲਕਿ ਪਰਲੋਕ ਦੇ ਵਿੱਚ ਵੀ ਸਹਾਈ ਹੁੰਦਾ ਹੈ। ਸੁਖਯੰ ਬਸੰਤ ਨਾਨਕ ਹੈ। ਤੇ ਜਿਹੜੇ ਲੋਕ ਸਤਸੰਗ ਦੇ ਨਾਲ ਪਿਆਰ ਪਾਉਂਦੇ ਹਨ, ਸਤਸੰਗ ਦੇ ਨਾਲ ਪਿਆਰ ਕਰਦੇ ਹਨ, ਉਹ ਲੋਕ ਆਤਮਕ ਆਨੰਦ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਭਾਵ ਉਹਨਾਂ ਦੀ ਆਤਮਾ ਨੂੰ ਕੋਈ ਦੁੱਖ, ਕੋਈ ਸੰਤਾਪ ਨਹੀਂ ਹੁੰਦਾ। ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ। ਤੋ ਅੱਜ ਇਹ 2 ਸ਼ਲੋਕਾਂ ਦਾ ਅਸਾਂ ਨੇ ਪਾਠ ਔਰ ਵਿਚਾਰ ਕੀਤੀ ਹੈ। ਮੈਂ ਇੱਕ ਵਾਰ ਦੂਜੇ ਸ਼ਲੋਕ ਦਾ ਮੂਲ ਪਾਠ ਫਿਰ ਆਪ ਜੀ ਦੇ ਨਾਲ ਸਾਂਝਾ ਕਰਾਂ, ਫਿਰ ਅਸੀਂ ਸਮਾਪਤੀ ਕਰਾਂਗੇ ਜੀ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵ ਹੈ। ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ। ਤ੍ਰਿਗ ਸਨੇਹੰ ਗ੍ਰਿਹਾਰਥ ਕਹੈ। ਸਾਧ ਸੰਗ ਸਨੇਹ ਸਤਯੰ, ਸੁਖਯੰ ਬਸੰਤ ਨਾਨਕ ਹੈ। ਇਤਨੀ ਕੁ ਸੇਵਾ ਅੱਜ ਦੇ ਇਸ ਲਾਈਵ ਟੈਲੀਕਾਸਟ ਦੇ ਵਿੱਚ ਪ੍ਰਵਾਨ ਕਰਨੀ। ਮੈਂ ਆਪ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਤਨੇ ਸ਼ਾਰਟ ਨੋਟਿਸ 'ਤੇ ਵੱਡੀ ਗਿਣਤੀ ਦੇ ਵਿੱਚ ਆਪ ਜੀ ਨੇ ਇਸ ਪ੍ਰੋਗਰਾਮ ਦੇ ਨਾਲ ਆਪਣਾ ਜੋੜ ਜੋੜਿਆ ਹੈ। ਗੁਰੂ ਸਾਹਿਬ ਕਿਰਪਾ ਕਰਨ ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇ ਜੀ। ਆਪ ਜੀ ਰੋਜ਼ਾਨਾ ਸ਼ਾਮ 5 ਵਜੇ ਇਸ ਪ੍ਰੋਗਰਾਮ ਦਾ ਲਾਹਾ ਲੈ ਸਕਦੇ ਹੋ। ਆਪਣੇ ਦੋਸਤਾਂ ਦੇ ਨਾਲ, ਮਿੱਤਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਆਪ ਜੀ ਇਹ ਪ੍ਰੋਗਰਾਮ ਵੇਖ ਸਕਦੇ ਹੋ, ਉਹਨਾਂ ਨੂੰ ਵੀ ਨਾਲ ਜੋੜ ਸਕਦੇ ਹੋ। ਅਤੇ ਮੈਂ ਇੱਕ ਬੇਨਤੀ ਜੋ ਮੈਂ ਰਮਤਾ ਵਿੱਚ ਕੀਤੀ ਸੀ ਦੁਬਾਰਾ ਕਰਾਂ ਕਿ ਜਿਸ ਵੇਲੇ ਵੀ ਭਾਵੇਂ ਘਰਾਂ ਵਿੱਚ ਅਸਾਂ ਨੇ ਬਾਣੀ ਦਾ ਪਾਠ ਕਰਨਾ ਹੈ, ਹੱਥ ਪੈਰ ਸਾਡੇ ਸੁੱਚੇ ਹੋਣ, ਹੋ ਸਕੇ ਤੇ ਗਲੇ ਵਿੱਚ ਹਜ਼ੂਰੀਆ ਵੀ ਆਪ ਜੀ ਜ਼ਰੂਰ ਪਾਓ। ਸਿਰ ਕਜਿਆ ਹੋਵੇ ਸਾਡਾ, ਢਕਿਆ ਹੋਵੇ, ਔਰ ਗੁਰਬਾਣੀ ਦੀ ਸੈਂਚੀ ਜੇ ਸਾਡੇ ਕੋਲ ਹੈ ਉਹਨੂੰ ਉੱਚੇ ਸਥਾਨ 'ਤੇ ਅਸੀਂ ਰਹੇਲ ਇਤਿਆਦ ਦੇ ਉੱਤੇ ਸੁਭਾਇਮਾਨ ਕਰੀਏ। ਕਿਉਂਕਿ ਬਾਣੀ ਦਾ ਜਿਤਨਾ ਸਤਿਕਾਰ ਕਰਾਂਗੇ, ਬਾਣੀ ਦਾ ਜਿਤਨਾ ਅਦਬ ਕਰਾਂਗੇ, ਅਸੀਂ ਉਤਨਾ ਹੀ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣਾਂਗੇ। ਸੋ ਇਤਨੀ ਸੇਵਾ ਅੱਜ ਦੇ ਇਸ ਟੈਲੀਕਾਸਟ ਵਿੱਚ ਪ੍ਰਵਾਨ ਕਰਨੀ। ਆਓ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਉੱਚੀ ਆਵਾਜ਼ ਵਿੱਚ ਗੱਜ ਵੱਜ ਕੇ ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।